ਕੰਮ ਨਹੀਂ ਮਿਲਿਆ, ਸਾਨੂੰ ਖਾਣ ਪੀਣ ਨੂੰ ਵੀ ਨਹੀਂ ਮਿਲਦਾ ਸੀ। ਥੋੜੇ ਬਹੁਤੇ ਚੌਲ ਦੇ ਛੱਡਦੇ ਸੀ ਤੇ ਇੱਕ ਕਮਰੇ 'ਚ ਸਾਨੂੰ ਬੰਦ ਰੱਖਦੇ ਸੀਗੇ। ਤੇ ਜੇ ਅਸੀਂ ਕਿਹਾ ਵੀ ਸਾਡੇ ਲਾਇਕ ਕੋਈ ਕੰਮ ਨਹੀਂ ਹੈਗਾ ਤਾਂ ਸਾਨੂੰ ਇੰਡੀਆ ਭੇਜ ਦਿਓ, ਤੇ ਰਬਾਬ ਜਿਹੜਾ ਕੰਪਨੀ ਦਾ ਮਾਲਕ ਆ ਉਹਨੇ ਇਹ ਆਖਿਆ ਵੀ ਤੁਹਾਡੇ ਏਜੰਟ ਤੁਹਾਨੂੰ ਇੱਥੇ ਛੱਡ ਕੇ ਗਏ, ਇੱਕ ਜਣੀ ਦਾ 10,000 ਰੁਪਇਆ ਲੈ ਕੇ ਗਏ ਆ ਇੱਧਰਲਾ, ਉਹ ਤੁਹਾਡੇ ਏਜੰਟ ਆਉਣ ਤੇ 10,000 ਰੁਪਇਆ ਦੇ ਜਾਣ ਤੇ ਤੁਹਾਨੂੰ ਲੈ ਜਾਣ, ਨਹੀਂ ਜੇ ਤੁਸੀਂ ਇੰਡੀਆ ਜਾਣ ਦਾ ਨਾਮ ਵੀ ਲਿਆ ਤਾਂ ਤੁਹਾਨੂੰ ਜੇਲ੍ਹ ਵਿੱਚ ਬੰਦ ਕਰ ਦੇਵਾਂਗੇ। ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਦਾ ਇੱਕ ਜਹਾਜ਼ ਵਿੱਚ ਸਵਾਰ 12 ਮਾਸੂਮ ਧੀਆਂ ਪੰਜਾਬ ਦੀਆਂ ਏਜੰਟਸ ਦਾ ਹੋ ਰਹੀਆਂ ਸਨ ਸ਼ਿਕਾਰ। ਰਾਖਾ ਬਣ ਕੇ ਆਇਆ ਇੱਕ ਪਗੜੀ ਵਾਲਾ ਸਰਦਾਰ, ਜਿਸਨੇ ਆਪਣੀ ਜੇਬ ਵਿੱਚੋਂ 1 ਲੱਖ ਤੋਂ 3 ਲੱਖ ਰੁਪਇਆ ਖਰਚ ਕੀਤਾ ਇੱਕ ਧੀ ਨੂੰ ਵਾਪਸ ਪੰਜਾਬ ਲਿਆਉਣ ਲਈ। ਅਸੀਂ ਗੱਲ ਕਰ ਰਹੇ ਹਾਂ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ SP ਸਿੰਘ ਓਬਰਾਏ ਦੀ, ਜਿਨ੍ਹਾਂ ਨੇ ਇੱਕ ਵੱਡਾ ਕਾਰਜ ਕਰਦਿਆਂ ਇੱਕ ਵਾਰ ਫਿਰ ਪੰਜਾਬ ਦੀਆਂ ਮਾਸੂਮ ਧੀਆਂ ਨੂੰ ਜੋ ਦੁਬਈ ਵਿੱਚ ਏਜੰਟ ਦੇ ਧੱਕੇ ਦਾ ਸ਼ਿਕਾਰ ਹੋ ਰਹੀਆਂ ਸਨ, ਉਹਨਾਂ ਤੇ ਲੱਖਾਂ ਰੁਪਏ ਖਰਚ ਕਰਕੇ ਉਹਨਾਂ ਨੂੰ ਉਹਨਾਂ ਦੇ ਘਰ ਹੀ ਵਾਪਸ ਪਹੁੰਚਾਇਆ। ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਕਿ ਕਿਵੇਂ ਇਹ ਪੰਜਾਬ ਦੀਆਂ ਧੀਆਂ ਅੱਜ ਆਪਣੇ ਪਰਿਵਾਰ ਨਾਲ ਵਾਪਸ ਮਿਲ ਰਹੀਆਂ ਨੇ। ਪੰਜਾਬ ਦੀਆਂ ਇਹਨਾਂ 12 ਧੀਆਂ ਵਿੱਚ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਮਨਦੀਪ ਕੌਰ ਵੀ ਸ਼ਾਮਲ ਹੈ, ਜਿਸ ਨੂੰ ਏਜੰਟ ਦੇ ਧੱਕੇ ਦਾ ਸ਼ਿਕਾਰ ਹੋਣਾ ਪਿਆ। ਘਰੋਂ ਹਜ਼ਾਰਾਂ ਰੁਪਏ ਲਾ ਕੇ ਸੋਹਣੇ ਭਵਿੱਖ ਦੀ ਖਾਤਰ ਅਤੇ ਪਰਿਵਾਰ ਦੀ ਮਦਦ ਸੋਚ ਕੇ ਇਹ ਧੀ ਗਈ ਤੇ ਸੀ ਕੰਮ ਕਰਨ ਲਈ, ਪਰ ਉੱਥੇ ਇਸ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ। ਕੈਮਰੇ ਅੱਗੇ ਬੋਲਦਿਆਂ ਇਸ ਧੀ ਦਾ ਆਖਣਾ ਸੀ ਕਿ ਜੇ SP ਸਿੰਘ ਓਬਰਾਏ ਉਹਨਾਂ ਦੀ ਮਦਦ ਨਾ ਕਰਦੇ ਤਾਂ ਫਿਰ ਉਹਨਾਂ ਲਈ ਵਾਪਸ ਆਉਣਾ ਬੜਾ ਹੀ ਔਖਾ ਸੀ। ਉੱਥੇ ਸਾਨੂੰ ਲੈ ਕੇ ਗਏ ਆ ਵੀ ਹਾਊਸਮੇਟ ਦੇ ਕੰਮ ਤੇ ਲੈ ਕੇ ਗਏ ਆ ਸਾਨੂੰ। ਮੇਰੇ ਜੇਠ ਦੀ ਨੂੰਹ ਕਿਰਨਦੀਪ ਕੌਰ ਲਿਜਾਣ ਵਾਲੀ ਹੈਗੀ, ਸਾਨੂੰ ਐ ਕਹਿ ਕੇ ਲੈ ਕੇ ਗਏ ਆ ਵੀ ਤੁਹਾਨੂੰ ਹਾਊਸਮੇਟ ਦੇ ਕੰਮ 'ਚ ਕੰਮ ਦਵਾਵਾਂਗੇ, ਤੁਹਾਨੂੰ ਇੰਡੀਅਨ ਫੈਮਿਲੀ 'ਚ ਕੰਮ ਦਵਾਵਾਂਗੇ। ਸਾਡੇ ਤੋਂ 50,000 ਰੁਪਇਆ ਉਹਨੇ ਜਾਣ ਲੱਗਿਆਂ ਲਿਆ ਏ, ਤੇ ਉਹਨੇ ਸਾਨੂੰ ਉੱਥੇ ਇੰਡੀਅਨ ਫੈਮਿਲੀ 'ਚ ਨਾ ਕਿਸੇ ਵੀ ਫੈਮਿਲੀ 'ਚ ਕੰਮ ਨਹੀਂ ਦਵਾਏਗਾ। ਜਾਂਦਿਆਂ ਸਾਰ ਉਹਨੇ ਏਜੰਟ ਦੇ ਘਰੇ ਛੱਡਤਾ, ਏਜੰਟ ਨੇ ਸਾਨੂੰ ਉਹ ਕੰਪਨੀ 'ਚ ਛੱਡਤਾ। ਕੰਪਨੀ ਦਾ ਨਾਂ ਹੈਗਾ ਇਹ ਤਦਵੀਰ ਕੰਪਨੀ 'ਚ ਛੱਡਤਾ ਉਹਨਾਂ ਨੇ। ਸਾਨੂੰ ਕੋਈ ਸਾਡੀ ਇੰਟਰਵਿਊ ਨਹੀਂ ਹੋਈ, ਕੋਈ ਸਾਨੂੰ ਕੰਮ ਨਹੀਂ ਦਵਾਇਆ। ਇਸ ਗੱਲ ਬਾਰੇ ਸਾਨੂੰ ਇਹਨੇ ਨੇ ਨਹੀਂ ਦੱਸਿਆ ਸੀਗਾ ਵੀ ਅਸੀਂ ਤੁਹਾਨੂੰ ਤਦਵੀਰ ਕੰਪਨੀ 'ਚ ਛੱਡਾਂਗੇ। ਇਹਨੇ ਸਾਨੂੰ ਬਿਨਾਂ ਦੱਸਿਆ ਤਦਵੀਰ ਕੰਪਨੀ ਦੇ ਵਿੱਚ ਛੱਡਤਾ। ਬਾਅਦ 'ਚ ਜਦੋਂ ਸਾਡੀ ਕੋਈ ਇੰਟਰਵਿਊ ਨਹੀਂ ਹੋਈ, ਸਾਨੂੰ ਕੰਮ ਨਹੀਂ ਮਿਲਿਆ, ਸਾਨੂੰ ਖਾਣ ਪੀਣ ਨੂੰ ਵੀ ਨਹੀਂ ਮਿਲਦਾ ਸੀ। ਥੋੜੇ ਬਹੁਤੇ ਚੌਲ ਦੇ ਛੱਡਦੇ ਸੀ ਤੇ ਇੱਕ ਕਮਰੇ 'ਚ ਸਾਨੂੰ ਬੰਦ ਰੱਖਦੇ ਸੀਗੇ। ਤੇ ਜੇ ਅਸੀਂ ਕਿਹਾ ਵੀ ਸਾਡੇ ਲਾਇਕ ਕੋਈ ਕੰਮ ਨਹੀਂ ਹੈਗਾ ਤਾਂ ਸਾਨੂੰ ਇੰਡੀਆ ਭੇਜ ਦਿਓ, ਤੇ ਰਬਾਬ ਜਿਹੜਾ ਕੰਪਨੀ ਦਾ ਮਾਲਕ ਆ ਉਹਨੇ ਇਹ ਆਖਿਆ ਵੀ ਤੁਹਾਡੇ ਏਜੰਟ ਤੁਹਾਨੂੰ ਇੱਥੇ ਛੱਡ ਕੇ ਗਏ, ਇੱਕ ਜਣੀ ਦਾ 10,000 ਰੁਪਇਆ ਲੈ ਕੇ ਗਏ ਆ ਇੱਧਰਲਾ, ਉਹ ਤੁਹਾਡੇ ਏਜੰਟ ਆਉਣ ਤੇ 10,000 ਰੁਪਇਆ ਦੇ ਜਾਣ ਤੇ ਤੁਹਾਨੂੰ ਲੈ ਜਾਣ, ਨਹੀਂ ਜੇ ਤੁਸੀਂ ਇੰਡੀਆ ਜਾਣ ਦਾ ਨਾਮ ਵੀ ਲਿਆ ਤਾਂ ਤੁਹਾਨੂੰ ਜੇਲ੍ਹ ਵਿੱਚ ਬੰਦ ਕਰ ਦੇਵਾਂਗੇ। ਮੈਂ ਬਹੁਤ ਬਿਮਾਰ ਵੀ ਰਹੀ, ਮੈਂ ਕਿਰਨਦੀਪ ਦੇ ਬਹੁਤ ਹਾੜੇ ਵੀ ਕੱਢੇ, ਏਜੰਟ ਦੇ ਵੀ ਹਾੜੇ ਕੱਢੇ। ਏਜੰਟ ਤਾਂ ਮੇਰਾ ਫੋਨ ਹੀ ਨਹੀਂ ਚੱਕਦਾ ਸੀਗਾ, ਤੇ ਕਿਰਨਦੀਪ ਦੇ ਵੀ ਹਾੜੇ ਕੱਢੇ ਵੀ ਮੈਨੂੰ ਇੱਥੋਂ ਲੈ ਜਾ ਕੱਢ ਕੇ, ਤੂੰ ਮੈਨੂੰ ਕਿੱਥੇ ਸਿੱਟ ਗਈ, ਮੈਨੂੰ ਬਿਨਾਂ ਦੱਸੇ ਇੱਥੇ ਕਿਉਂ ਸਿੱਟ ਗਈ ਆ ਤੂੰ, ਮੇਰਾ ਕੀ ਕਸੂਰ ਸੀਗਾ। ਉਹਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ, ਨਾ ਮੈਨੂੰ ਵਾਪਸ ਲੈ ਕੇ ਗਈ। ਵਾਪਸ ਲੈ ਕੇ ਆਉਣ ਵਾਰੀ ਵੀ ਮੈਂ ਜੇ ਕਿਹਾ ਵੀ ਹਾੜੇ ਕੱਢਦੀ ਰਹੀ ਮੈਂ ਮਹੀਨਾ, ਤਾਂ ਉਹਨੇ 30,000 ਰੁਪਇਆ ਉੱਧਰਲਾ ਮੰਗਿਆ। 30,000 ਰੁਪਇਆ ਉੱਧਰਲੇ ਸਾਡੇ ਜਿਹੜੇ ਮਾੜੇ ਮੋਟੇ ਰਿਸ਼ਤੇਦਾਰ ਸੀਗੇ ਅਸੀਂ ਉਹਨਾਂ ਤੋਂ ਇਕੱਠਾ ਕਰਕੇ ਦਿੱਤਾ ਵੀ, ਪਰ ਉਹਨਾਂ ਨੇ ਸਾਨੂੰ ਫਿਰ ਵੀ ਵਾਪਸ ਨਹੀਂ ਲਿਆਂਦਾਗਾ। ਉਹਨਾਂ ਨੇ ਸਾਡੀ 13 ਤਰੀਕ ਦੀ ਨਕਲੀ ਟਿਕਟ ਕਰਵਾਈ ਸੀਗੀ, ਕਿਉਂਕਿ ਅਸੀਂ ਉਹਦੇ ਤੇ ਇੱਧਰ ਕੇਸ ਲਾਤਾ ਸੀਗਾ। ਉਹਨਾਂ ਦੇ ਘਰੇ ਪੁਲਿਸ ਜਾਂਦੀ ਹੁੰਦੀ ਸੀਗੀ, ਉਹਨੇ ਸਾਨੂੰ ਨਕਲੀ ਟਿਕਟ ਕਰਵਾ ਕੇ ਦਿੱਤੀ 13 ਤਰੀਕ ਦੀ। ਸਾਨੂੰ ਨਹੀਂ ਸੀ ਪਤਾ ਵੀ ਇਹ ਨਕਲੀ ਆ ਕਿ ਅਸਲੀ ਆ ਟਿਕਟ। ਅਸੀਂ ਜਦੋਂ ਉੱਥੇ ਤਿਆਰੀ ਕਰੀ ਵੀ ਸਾਡੀ ਟਿਕਟ ਸਾਨੂੰ ਚੜਵਾਉਣ ਜਾਓ, ਜਦੋਂ ਅਸੀਂ ਟਾਈਮ ਹੋ ਗਿਆ ਤੇ ਅਸੀਂ ਪਤਾ ਕਰਵਾਇਆ ਤੇ ਉਹ ਟਿਕਟ ਨਕਲੀ ਸੀਗੀ, ਕੋਈ ਇਹਨਾਂ ਨੇ ਅਸਲੀ ਟਿਕਟ ਨਹੀਂ ਸਾਡੀ ਕਰਵਾ ਕੇ ਦਿੱਤੀ ਸੀ। ਉਦੋਂ ਬਾਅਦ ਉਹ ਸਾਡੀ ਗੱਲਬਾਤ ਸੁਣਨੋਂ ਹਟ ਗਈ ਜੀ। ਸਾਨੂੰ ਇਦਾਂ ਉਹਨਾਂ ਨੇ ਫਸਾਇਆ, ਸਾਨੂੰ ਬਾਹਰ ਨਹੀਂ ਸੀ ਕੱਢਦੇ ਹੁੰਦੇ। ਅਸੀਂ ਇੰਡੀਅਨ ਕੁੜੀਆਂ 12-13 ਜਣੀਆਂ ਸੀ। ਫਿਰ ਸਾਨੂੰ ਸਾਡੇ ਘਰ ਵਾਲਿਆਂ ਨੇ ਇੱਥੋਂ SP ਬਰਾਏ ਦਾ ਨੰਬਰ ਕਿਵੇਂ ਨਾ ਕਿਵੇਂ ਸਾਨੂੰ ਭਾਲ ਕੇ ਦਿੱਤਾ। ਅਸੀਂ SP ਬਰਾਏ ਨਾਲ ਮਤਲਬ ਕਿ ਗੱਲਬਾਤ ਕੀਤੀ, ਉਹਨਾਂ ਨੇ ਸਾਡੀ ਹੈਲਪ ਕੀਤੀ। SP ਬਰਾਏ ਦਾ ਬਹੁਤ ਬਹੁਤ ਧੰਨਵਾਦ ਆ, ਤੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ, ਸਾਨੂੰ 12 ਲੜਕੀਆਂ ਨੂੰ ਉੱਥੋਂ ਕੱਢ ਕੇ ਲਿਆਂਦਾ। ਬਹੁਤ ਬਹੁਤ SP ਬਰਾਏ ਦਾ ਧੰਨਵਾਦ। ਪਰ ਅਸੀਂ 3 ਮਹੀਨੇ ਲਾ ਕੇ ਆਏ, ਸਾਨੂੰ ਆ 15 ਤਰੀਕ ਨੂੰ 3 ਮਹੀਨੇ ਪੂਰੇ ਹੋ ਗਏ, ਚੌਥਾ ਮਹੀਨਾ ਲੱਗ ਗਿਆ। ਮੈਂ ਅਨਪੜ੍ਹ ਵਾਂ, ਮੈਨੂੰ ਐ ਨਹੀਂ ਪਤਾ ਲੱਗਦਾ ਕਿਹੜਾ ਮਹੀਨਾ ਵਾ ਕਿਹੜਾ ਨਹੀਂ, ਪਰ ਮੈਨੂੰ ਇੰਨਾ ਪਤਾ ਵੀ 3 ਮਹੀਨੇ ਹੋ ਗਏ, ਚੌਥਾ ਮਹੀਨਾ ਲੱਗ ਗਿਆ 14 ਤਰੀਕ ਤੋਂ। ਕਿਹੜੀ ਕੰਟਰੀ ਸੀ, ਸ਼ਹਿਰ ਕਿਹੜਾ ਸੀਗਾ ਕੋਈ? ਦੁਬਈ ਸਾਨੂੰ ਤਾਂ ਕਹਿੰਦੇ ਸੀ ਸਾਰਾ। ਅਸੀਂ ਬਾਹਰ ਨਿਕਲ ਕੇ ਸਾਨੂੰ ਜਦੋਂ ਕਮਰੇ ਚੋਂ ਹੀ ਬਾਹਰ ਨਹੀਂ ਸੀ ਕੱਢਦੇ, ਸਾਨੂੰ ਨਹੀਂ ਪਤਾ, ਸਾਨੂੰ ਉਹ ਕਹਿੰਦੇ ਸੀ ਵੀ ਇਹ ਦੁਬਈ ਹੈ। ਉੱਥੇ ਕੀ ਕਰਦੇ ਪਏ? ਉੱਥੇ ਕੁਝ ਵੀ ਨਹੀਂ ਕਰਦੇ ਸਾਰਾ। ਉੱਥੇ ਸਾਨੂੰ ਤਾਂ ਬਸ ਆਫਿਸ ਵਿੱਚ ਲੈ ਆਉਂਦੀ ਸੀ ਇੰਟਰਵਿਊ ਕਰਾਉਣ ਖਾਤਰ। ਸਾਡੀ ਉੱਥੇ ਕੋਈ ਇੰਟਰਵਿਊ ਨਹੀਂ ਹੁੰਦੀ ਸੀਗੀ, ਕੋਈ ਸਾਨੂੰ ਪੁੱਛ ਦੱਸ ਨਹੀਂ ਹੁੰਦੀ ਸੀਗੀ, ਤੇ ਬਸ ਉੱਥੋਂ ਸਾਨੂੰ ਸ਼ਾਮ ਨੂੰ ਲੈ ਜਾਂਦੇ ਸੀ ਰੂਮ 'ਚ, ਤੇ ਰੂਮ 'ਚ ਸਾਨੂੰ ਬੰਦ ਹੀ ਰੱਖਦੇ ਸੀ, ਬਾਹਰ ਨਹੀਂ ਨਿਕਲਣ ਦਿੰਦੇ ਸੀ। ਬਾਰੀਆਂ ਬਾਰ ਸਭ ਬੰਦ ਹੁੰਦੇ ਸੀਗੇ।
ਅਸੀਂ 12 ਦੇ 12 ਅਸੀਂ ਪੰਜਾਬ ਤੋਂ ਸੀਗੇ, ਜਿਹੜੇ 12 ਦੇ 12 ਅਸੀਂ ਵਾਪਸ ਆ ਗਏ। ਐਸਪੀ ਬਰਾਏ ਨੇ ਸਾਨੂੰ ਵਾਪਸ ਲਿਆਂਦਾ। ਨਹੀਂ ਜੀ, ਮੈਨੂੰ ਕੱਲੀ ਨੂੰ ਮੇਰੇ ਜੇਠ ਦੀ ਨੂੰਹ ਲੈ ਕੇ ਗਈ ਸੀ। ਬਾਕੀ ਜਿਹੜਾ ਜੰਟ ਨਾਲ ਉਹ ਮਿਲੀ ਵੀ, ਉਸ ਜੰਟ ਦੀਆਂ ਅਸੀਂ 4 ਜਣੀਆਂ ਸੀ। ਬਾਕੀ ਹੋਰ ਅਲੱਗ-ਅਲੱਗ ਜੰਟਾਂ ਦੀਆਂ ਸੀ। ਏਜੰਟ ਕਿੱਥੋਂ ਦਾ ਸੀਗਾ? ਉਹ ਜੰਟ ਅਜਮਾਨ ਦੇ ਹੀ ਰਹਿਣ ਵਾਲਾ, ਸਾਨੂੰ ਤਾਂ ਅਜਮਾਨ ਦੇ ਰਹਿਣ ਵਾਲੇ ਹੀ ਟੱਕਰਿਆ ਸੀ, ਪਰ ਸਾਨੂੰ ਨਹੀਂ ਪਤਾ ਉਹਦਾ ਅਸਲੀ ਟਿਕਾਣਾ ਕਿੱਥੋਂ ਦਾ ਨਹੀਂ। ਮੇਰੇ ਜੇਠ ਦੀ ਨੂੰਹ ਜਿਹੜੀ ਕੰਮ ਕਰਦੀ, ਉਹ ਵੀ ਅਜਮਾਨ 'ਚ ਹੀ ਕਰਦੀ ਹੈ ਕੰਮ। ਕਹਿੰਦੀ ਕੋਈ ਉਹ ਖਾਣ ਪੀਣ ਨੂੰ ਨਹੀਂ ਦਿੰਦੇ ਸੀ? ਖਾਣ ਪੀਣ ਹੋਰ ਕੋਈ ਤਸ਼ੱਦਦ ਕੀਤਾ ਹੋਵੇ ਜਾਂ ਕੁਝ? ਨਾ ਸਰ ਜੀ, ਇਦਾਂ ਦੀ ਕੋਈ ਪ੍ਰੋਬਲਮ ਨਹੀਂ। ਬਸ ਸਾਨੂੰ ਕੰਮ ਨਹੀਂ ਦਵਾਇਆ, ਸਾਨੂੰ ਖਾਣ ਪੀਣ ਨੂੰ ਨਹੀਂ ਦਿੰਦੇ ਸੀਗੇ, ਬਸ ਸਾਨੂੰ ਕੰਮ ਤੇ ਨਹੀਂ ਲੈ ਕੇ ਗਏ। ਹੋਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ। ਏਜੰਟ ਉਹ ਭਾਰਤੀ ਸੀਗੇ, ਉੱਥੋਂ ਦੇ ਰਹਿਣ ਵਾਲਾ ਸੀਗਾ? ਉੱਥੋਂ ਦੀ ਰਹਿਣ ਵਾਲਾ ਸੀਗਾ। ਉਹਦੀ ਫੋਟੋ ਵੀ ਹੈਗੀ ਹੈ ਮੇਰੇ ਕੋਲ, ਤੇ ਉਹਦਾ ਨੰਬਰ ਵੀ ਹੈਗਾ ਵਾ। ਮੇਰੇ ਜੇਠ ਦੀ ਨੂੰਹ ਦੀ ਫੋਟੋ ਵੀ ਆ, ਉਹਦਾ ਆਧਾਰ ਕਾਰਡ ਵੀ ਹੈਗਾ ਮੇਰੇ ਕੋਲੇ, ਉਹਦਾ ਨੰਬਰ ਵੀ। ਟਰਸਟ ਲਿਆ ਆ ਵਾਪਸ, ਪਰ ਸਰਕਾਰ ਤੋਂ ਕੋਈ ਮੰਗ ਤੁਹਾਡੀ ਜਿਹੜਾ ਤੁਸੀਂ ਇਹਨਾਂ ਤੇ? ਸਾਡੀ ਇਹੀ ਮੰਗ ਆਵੇ ਵੀ ਜੰਟਾਂ ਨੂੰ ਤੇ ਜਿਹੜੀ ਉਹ ਲੈ ਕੇ ਜਾਣ ਵਾਲੇ, ਉਹਨਾਂ ਨੂੰ ਸਖਤ ਤੋਂ ਸਖਤ ਮਤਲਬ ਕਿ ਸਜ਼ਾ ਦਿੱਤੀ ਜਾਵੇ ਵੀ ਐਦਾਂ ਅਨਪੜ੍ਹ ਲੋਕਾਂ ਨਾਲ ਨਾ ਬੇਵਕੂਫ ਬਣਾਉਣ, ਤੇ ਗਾਂ ਮੇਰੀਆਂ ਭੈਣਾਂ ਬੇਵਕੂਫ ਨਾ ਵੀ ਬਣਨ, ਜਿਹੜੀਆਂ ਏਦਾਂ ਭੇਚਰ ਕੇ ਮੇਰੇ ਵਰਗੀਆਂ ਚਲੀਆਂ ਜਾਂਦੀਆਂ, ਤੇ ਉਹ ਨਾ ਲਾਰਾ ਕਿੰਨੀ ਤਨਖਾਹ ਦਾ ਲਾਇਆ ਸੀ? ਲਾਰਾ ਉਹਨਾਂ ਨੇ ਲਾਇਆ ਸੀਗਾ ਵੀ ਤੁਹਾਨੂੰ ਉਧਰਲਾ 12,000, ਇਧਰਲਾ ਕਹਿੰਦੇ 20-25,000 ਬਣੂਗਾ। ਤੇ ਸਰ ਮੇਰੇ 3 ਕੁੜੀਆਂ ਸੀ, ਮੇਰਾ ਇੱਕੋ ਹੀ ਮੁੰਡਾ ਵਾ, ਛੋਟਾ ਮੁੰਡਾ ਵਾ। ਮੇਰੇ ਘਰ ਵਾਲਾ ਖੇਤੀ ਦਾ ਕੰਮ ਕਰਦਾ ਵਾ। ਘਰ ਵਿੱਚ ਸਾਡੀ ਬਹੁਤ ਗਰੀਬੀ ਆ, ਕਰਜ਼ਾ ਵਾ। ਮੇਰੇ ਕੁੜੀਆਂ ਵਿਆਹੀਆਂ ਸੀ, ਕਰਜ਼ਾ ਬਾਹਲਾ ਸੀਗਾ ਸਿਰ ਤੇ, ਇਸ ਲਈ ਮੈਂ ਉਹਦੀਆਂ ਗੱਲਾਂ ਚ ਆਣ ਕੇ, ਲਾਲਚ ਚ ਆਣ ਕੇ ਮੈਂ ਕਿਹਾ ਚੱਲ ਕਰਜ਼ਾ ਲੈ ਜਾਊਗਾ, ਨਾਲੇ ਸਾਡਾ ਇੱਕੋ ਹੀ ਕਮਰਾ ਵਾ, ਗਰੀਬੀ ਬਹੁਤ ਆ ਘਰੇ। ਮੈਂ ਕਰਜ਼ਾ ਲਾਉਣ ਦੀ ਖਾਤਰ ਮੈਂ ਉਹਦੀਆਂ ਗੱਲਾਂ ਚ ਆਣ ਕੇ ਚਲੀ ਗਈ। ਕਹਿੰਦੀ ਤੁਹਾਨੂੰ 20-25,000 ਰੁਪਏ ਸੈਲਰੀ ਮਿਲੂਗੀ ਇੱਧਰਲੀ। ਉਧਰ ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਐਸਪੀ ਸਿੰਘ ਓਬਰਾਏ ਦਾ ਬਹੁਤ ਧੰਨਵਾਦ ਕੀਤਾ, ਜਿਨ੍ਹਾਂ ਨੇ ਇੰਨਾ ਵੱਡਾ ਕਾਰਜ ਕੀਤਾ। ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਆ ਕਿ ਖਾੜੀ ਦੇਸ਼ਾਂ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਲੜਕੀਆਂ ਰੋਜੀ ਰੋਟੀ ਦੀ ਭਾਲ ਦੇ ਵਿੱਚ ਧੋਖੇਬਾਜ਼ ਏਜੰਟਾਂ ਦੇ ਹੱਥ ਚੜ੍ਹ ਕੇ ਉੱਥੇ ਪਹੁੰਚ ਜਾਂਦੀਆਂ। ਉੱਥੇ ਜਾ ਕੇ ਫਿਰ ਇਹਨਾਂ ਨਾਲ ਐਸਾ ਧੋਖਾ ਹੁੰਦਾ ਕਿ ਇਹਨਾਂ ਦਾ ਨਾ ਕੋਈ ਪੇਪਰ ਵਰਕ ਹੁੰਦਾ, ਤੇ ਔਰ ਉਸ ਤਰ੍ਹਾਂ ਇਦੋਂ ਪਹਿਲਾਂ ਵੀ ਓਬਰਾਏ ਸਾਹਿਬ ਨੇ ਹੁਣ ਤੱਕ ਕੁਝ ਫਾਂਸੀ ਸਜ਼ਾ ਯਾਫਤਾ ਲੋਕਾਂ ਨੂੰ ਔਰ ਡੈੱਡ ਬੋਡੀਆਂ ਮੰਗਾਈਆਂ, ਔਰ ਇਸ ਤਰ੍ਹਾਂ ਦੀਆਂ ਲੜਕੀਆਂ ਜਿਹੜੀਆਂ ਉੱਥੇ ਫਸ ਜਾਂਦੀਆਂ ਸੀ। ਔਰ ਇਹ 12 ਲੜਕੀਆਂ ਹੁਣ ਜੋ ਕਿ ਉੱਥੇ ਵੱਖ-ਵੱਖ ਸਟੇਟਾਂ ਦੇ ਵਿੱਚ ਫਸੀਆਂ ਹੋਈਆਂ ਸੀ, ਉਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਓਬਰਾਏ ਸਾਹਿਬ ਨਾਲ ਕੰਟੈਕਟ ਕੀਤਾ, ਸਾਡੇ ਜ਼ਿਲ੍ਹਾ ਵਾਈਜ਼ ਟੀਮਾਂ ਨਾਲ ਕੰਟੈਕਟ ਕੀਤਾ, ਔਰ ਓਬਰਾਏ ਸਾਹਿਬ ਨੇ ਉੱਥੋਂ ਇਹਨਾਂ ਨੂੰ ਪਤਾ ਕਰਕੇ ਇਹਨਾਂ ਦਾ ਸਟੇਟਸ ਸਾਰਾ ਪਤਾ ਕੀਤਾ ਕਿ ਇਹ ਇੱਧਰੋਂ ਚਲੀਆਂ ਜਾਂਦੀਆਂ, ਤਾਂ ਉੱਥੇ ਜਾ ਕੇ ਜਿਹੜੇ ਏਜੰਟ ਹੈ ਇਹਨਾਂ ਨੂੰ ਪੈਸੇ ਲੈ ਕੇ ਉੱਥੋਂ ਦੇ ਉਦਯੋਗਪਤੀਆਂ ਨੂੰ ਜਾਂ ਉੱਥੋਂ ਦੇ ਜੋ ਵਪਾਰੀ ਹੁੰਦੇ ਆ, ਜਾਂ ਜਿਸ ਤਰ੍ਹਾਂ ਉਹਨਾਂ ਨੇ ਆਪਦੇ ਖੇਤਾਂ 'ਚ ਜ਼ਮੀਨਦਾਰਾਂ ਨੂੰ ਵੇਚੀਆਂ ਜਾਂਦੀਆਂ। ਇਹ ਲਗਭਗ ਏਜੰਟ ਨੇ ਇਹਨਾਂ ਕੋਲੋਂ 20,000 ਦਰਾਮ ਕਰੰਸੀ ਦੁਬਈ ਦੀ ਹੈ, ਉਹ ਪੈਸੇ ਲਏ ਹੋਏ ਸੀ। ਔਰ ਓਬਰਾਏ ਸਾਹਿਬ ਨੇ ਉਹ ਜਾ ਕੇ ਉਹ ਸਾਰੇ ਉਹਨਾਂ ਦੇ ਪੈਸੇ ਔਰ ਇਮੀਗ੍ਰੇਸ਼ਨ ਦੇ ਪੈਸੇ ਔਰ ਜੋ ਇਹਨਾਂ ਦਾ ਓਵਰਸਟੇ ਹੋ ਗਿਆ ਸੀ, ਉਹ ਸਾਰੇ ਪੈਸੇ ਭਰ ਕੇ ਇਹਨਾਂ ਨੂੰ ਲੀਗਲ ਕਰਾ ਕੇ ਇਹਨਾਂ ਨੂੰ ਕੱਲ੍ਹ ਰਾਤੀ ਇਹ ਅੰਮ੍ਰਿਤਸਰ ਏਅਰਪੋਰਟ 'ਤੇ 9 ਲੜਕੀਆਂ ਆਈਆਂ। 3 ਲੜਕੀਆਂ ਉਦੋਂ ਪਹਿਲਾਂ 20 ਤਰੀਕ ਨੂੰ, ਇੱਕ ਕੈਲਕਟਾ ਦੀ ਸੀ ਲੜਕੀ ਔਰ 2 ਪਟਨਾ ਸਾਹਿਬ ਦੀਆਂ ਸੀ, ਉਹਨਾਂ ਨੂੰ ਛੱਡਿਆ। ਔਰ ਇਦੋਂ ਪਹਿਲਾਂ 7 ਲੜਕੀਆਂ ਨੂੰ ਹੋਰ ਓਬਰਾਏ ਸਾਹਿਬ ਲੈ ਕੇ ਆਏ ਹੈ, ਔਰ ਉੱਥੇ 200-250 ਲੜਕੀ ਹੋਰ ਫਸੀ ਵੀ ਹੈ। ਜਿਵੇਂ ਜਿਵੇਂ ਓਬਰਾਏ ਸਾਹਿਬ ਕਹਿੰਦੇ ਮੇਰੇ ਨਾਲ ਕੰਟੈਕਟ ਹੋਊਗਾ, ਜਿਵੇਂ ਜਿਵੇਂ ਮੈਂ ਉਹਨਾਂ ਦੀ ਸਾਰੀ ਕਾਗਜ਼ੀ ਕਾਰਵਾਈ ਇੰਡੀਅਨ ਗੌਰਮੈਂਟ ਨਾਲ ਦੀ ਹੈਲਪ ਲੈ ਕੇ ਪੂਰੀ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਹੌਲੀ-ਹੌਲੀ ਮੰਗਾਇਆ ਜਾਊਗਾ। ਇਸ ਤਰ੍ਹਾਂ ਓਬਰਾਏ ਸਾਹਿਬ ਹਮੇਸ਼ਾ ਹੀ ਇਹ ਪਹਿਲ ਕਰਦੇ ਰਹੇ ਹੈ। ਔਰ ਹੁਣ ਇਹਨਾਂ ਬਾਰੇ ਜਦੋਂ ਆ ਕੇ ਉਹ ਪੁੱਛਦੇ ਆ ਕਿ ਇਹਨਾਂ ਦਾ ਤਾਂ ਜੋ ਸੀਗਾ ਇਹ ਮਤਲਬ ਬਹੁਤ ਹੀ ਪਹਿਲਾਂ ਹੀ ਤੰਗੀ ਦੀ ਹਾਲਤ ਸੀ, ਔਰ ਉੱਪਰੋਂ ਇਹਨਾਂ ਨਾਲ ਫਿਰ ਇਹ ਧੋਖੇ ਦੀਆਂ ਸ਼ਿਕਾਰ ਹੋ ਗਈਆਂ। ਓਬਰਾਏ ਸਾਹਿਬ ਨੇ ਇਹਨਾਂ ਦੇ ਲੜਕੀਆਂ ਬਾਰੇ ਕਿਹਾ ਕਿ ਜਿਹੜੀਆਂ ਲੜਕੀਆਂ ਪੜ੍ਹੀਆਂ ਲਿਖੀਆਂ ਉਹਨਾਂ ਨੂੰ ਅਸੀਂ ਸਾਡੇ ਕੰਪਿਊਟਰ ਸੈਂਟਰ 1 ਫਰਵਰੀ ਤੋਂ ਬਾਅਦ, ਕਰੋਨਾ ਤੋਂ ਬਾਅਦ ਜੋ ਬੰਦ ਹੋ ਗਏ ਸੀ, ਉਹ ਦੁਬਾਰਾ ਸਟਾਰਟ ਹੋ ਰਹੇ ਹੈ। ਉਹਨਾਂ ਨੂੰ ਕੰਪਿਊਟਰ ਸੈਂਟਰ ਦੀ ਟ੍ਰੇਨਿੰਗ ਦਵਾ ਕੇ, ਕੋਰਸ ਕਰਵਾ ਕੇ, ਔਰ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਸਰਟੀਫਿਕੇਟ ਦਵਾ ਕੇ ਉਹਨਾਂ ਦੀ ਨੌਕਰੀ ਦਾ ਹੀਲਾ ਕੀਤਾ ਜਾਊਗਾ। ਔਰ ਜਿਹੜੀਆਂ ਲੜਕੀਆਂ ਘੱਟ ਪੜ੍ਹੀਆਂ ਉਹਨਾਂ ਨੂੰ ਸਿਲਾਈ ਸੈਂਟਰਾਂ ਦੇ ਵਿੱਚ ਐਡਮਿਸ਼ਨ ਦਵਾ ਕੇ ਇਸੇ 1 ਫਰਵਰੀ ਤੋਂ ਬਾਅਦ, ਤੇ ਉਹਨਾਂ ਨੂੰ ਵੀ ਉਹਦੇ ਆਪਦੇ ਪੈਰਾਂ ਸਿਰ ਖੜੇ ਹੋਣ ਤੇ ਨੌਕਰੀ ਕਰਨ ਦੇ ਕਾਬਲ ਬਣਾਇਆ ਜਾਊਗਾ। ਇਸ ਤਰ੍ਹਾਂ ਦੇ ਉਪਰਾਲੇ ਟਰਸਟ ਵੱਲੋਂ ਜਾਰੀ ਹੈ। ਔਰ ਇਹਨਾਂ ਨੂੰ ਅਸੀਂ ਇੱਕ ਹੋਰ ਕਹਿਣਾ ਚਾਹਾਂਗੇ, ਇੱਥੇ ਬਹੁਤ ਹੀ ਸਤਿਕਾਰ ਕਰਦੇ ਅਸੀਂ ਮੀਡੀਆ ਦਾ, ਧੰਨਵਾਦ ਵੀ ਕਰਦੇ ਹਾਂ। ਔਰ ਮੀਡੀਆ ਰਾਹੀਂ ਆਪਾਂ ਕਿਸੇ ਨੂੰ ਸਹੀ ਰਾਹ ਦਿਖਾ ਸਕਦੇ ਹਾਂ ਕਿ ਕੋਈ ਵੀ ਜਦੋਂ ਇੱਧਰੋਂ ਜਾਣਾ, ਇਹ ਓਬਰਾਏ ਸਾਹਿਬ ਦਾ ਇੱਕ ਤਰ੍ਹਾਂ ਦਾ ਇੱਕ ਸੁਜੈਸ਼ਨ ਹੈ ਕਿ ਜਦੋਂ ਵੀ ਕੋਈ ਜਾਣਾ ਹੈ, ਸਾਡੇ ਜ਼ਿਲ੍ਹੇ ਵਾਈਜ਼ ਟੀਮਾਂ ਬੈਠੀਆਂ,
ਉਹਨਾਂ ਨਾਲ ਕੰਟੈਕਟ ਕਰਨ, ਉਹਨਾਂ ਦੇ ਪੇਪਰ ਵਰਕ ਚੈੱਕ ਕਰਨ, ਕੰਪਨੀ ਦਾ ਸਟੇਟਸ ਸਾਨੂੰ ਉੱਥੇ ਬੈਠੇ ਅਪਰਾਈਜ਼ ਸਾਹਿਬ, ਉਹਨਾਂ ਦੇ ਮੈਨੇਜਰ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਉਹ ਚੈੱਕ ਕਰਕੇ ਦੇਣਗੇ, ਤਾਂ ਕਿ ਇਹੋ ਜਿਹੀਆਂ ਬੱਚੀਆਂ ਅੱਗੇ ਤੋਂ ਧੋਖੇ ਦਾ ਸ਼ਿਕਾਰ ਹੋਣ ਤੋਂ ਬਚ ਜਾਣ।